ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਡੇ ਨਾਲ 10ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੇ ਅਰਥ ਸ਼ਾਸਤਰ ਭਾਗ ਦੇ ਪਹਿਲੇ ਪਾਠ ਮੁੱਢਲੀਆਂ ਧਾਰਨਾਵਾਂ ਵਿੱਚ ਅਰਥ ਸ਼ਾਸਤਰ ਅਧੀਨ ਕੁਝ ਮੁੱਢਲੀਆਂ ਧਾਰਨਾਵਾਂ ਬੇਸਿਕ ਕਨਸੈਪਟਸ ਉਹਨਾਂ ਦੇ ਸੰਬੰਧੀ ਤੁਹਾਡੇ ਨਾਲ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗਾ। ਅਰਥ ਸ਼ਾਸਤਰ ਵਿੱਚ ਕੁਝ ਸ਼ਬਦਾਂ ਦਾ ਪ੍ਰਯੋਗ ਖਾਸ ਅਰਥਾਂ ਵਿੱਚ ਲਿਆ ਜਾਂਦਾ ਹੈ। ਇਹਨਾਂ ਸ਼ਬਦਾਂ ਨੂੰ ਮੁੱਢਲੀਆਂ ਧਾਰਨਾਵਾਂ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਾਸ਼ਟਰੀ ਆਮਦਨ ਦੀ। ਵਿਦਿਆਰਥੀਓ, ਰਾਸ਼ਟਰੀ ਆਮਦਨ ਤੋਂ ਭਾਵ ਹੈ ਇੱਕ ਦੇਸ਼ ਦੇ ਕੁੱਲ ਨਿਵਾਸੀਆਂ ਨੂੰ ਕਿਸੇ ਖਾਸ ਅਵਧੀ ਦੌਰਾਨ ਉਹਨਾਂ ਦੀਆਂ ਉਤਪਾਦਿਤ ਸੇਵਾਵਾਂ ਦੇ ਬਦਲੇ ਪ੍ਰਾਪਤ ਹੋਣ ਵਾਲੀ ਕੁੱਲ ਆਮਦਨ ਭਾਵ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਜੋੜ ਤੋਂ ਹੈ। ਜੇ ਮੈਂ ਇਸੇ ਗੱਲ ਨੂੰ ਆਸਾਨ ਸ਼ਬਦਾਂ ਦੇ ਵਿੱਚ ਕਹਾਂ ਤਾਂ ਵਿਦਿਆਰਥੀਓ, ਆਪਾਂ ਦੇਖਦੇ ਹਾਂ ਕਿ ਆਪਣੇ ਦੇਸ਼ ਅੰਦਰ ਸਾਡੇ ਵਿੱਚੋਂ ਕੁਝ ਲੋਕ ਫੈਕਟਰੀਆਂ ਚਲਾ ਰਹੇ ਹਨ, ਕੁਝ ਲੋਕ ਨੌਕਰੀਆਂ ਕਰ ਰਹੇ ਹਨ, ਕੁਝ ਲੋਕ ਖੇਤੀ ਕਰ ਰਹੇ ਹਨ, ਕੁਝ ਲੋਕ ਮਜ਼ਦੂਰੀ ਕਰ ਰਹੇ ਹਨ। ਹਰ ਬੰਦਾ ਕੋਈ ਨਾ ਕੋਈ ਕੰਮ ਕਰ ਰਿਹਾ ਹੈ। ਮੈਂ ਇਸ ਨੂੰ ਇੱਕ ਆਮ ਉਦਾਹਰਨ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮੰਨ ਲਓ ਤੁਸੀਂ ਪਿੰਡ ਵਿੱਚ ਕੋਈ ਦੁਕਾਨ ਪਾਉਣੀ ਹੈ। ਉਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਪੈਸੇ ਦੀ ਲੋੜ ਹੋਏਗੀ। ਜੇ ਤੁਹਾਡੇ ਕੋਲ ਪੈਸਾ ਹੈ ਜਿਹੜਾ ਕਿ ਤੁਹਾਡਾ ਬੈਂਕ ਵਿੱਚ ਪਿਆ ਹੈ, ਜਿਸ ਤੇ ਤੁਹਾਨੂੰ ਵਿਆਜ ਵੀ ਮਿਲ ਰਿਹਾ ਹੈ, ਜਾਂ ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਉਸ ਲਈ ਤੁਹਾਨੂੰ ਬੈਂਕ ਕੋਲ ਕਰਜ਼ਾ ਲੈਣ ਲਈ ਜਾਣਾ ਪਏਗਾ। ਨੰਬਰ 2, ਤੁਹਾਨੂੰ ਦੁਕਾਨ ਦੇ ਲਈ ਥਾਂ ਦੀ ਵੀ ਲੋੜ ਹੋਏਗੀ। ਤੁਹਾਨੂੰ ਥਾਂ ਵੀ ਖਰੀਦਣਾ ਪਏਗਾ। ਫਿਰ ਅਗਲੀ ਗੱਲ, ਤੁਹਾਨੂੰ ਦੁਕਾਨ 'ਤੇ ਕੰਮ ਕਰਨ ਦੇ ਲਈ ਕਿਸੇ ਮਜ਼ਦੂਰ ਨੂੰ ਵੀ ਰੱਖਣਾ ਪਏਗਾ। ਹੁਣ ਤੁਸੀਂ ਦੇਖੋ, ਜਦੋਂ ਤੁਸੀਂ ਬੈਂਕ ਕੋਲੋਂ ਕਰਜ਼ਾ ਲਵੋਗੇ ਤਾਂ ਉਸ ਪੈਸੇ ਲੈਣ ਦੇ ਬਦਲੇ ਤੁਹਾਨੂੰ ਬੈਂਕ ਨੂੰ ਵਿਆਜ ਦੇਣਾ ਪਵੇਗਾ। ਦੁਕਾਨ ਖਰੀਦੋਗੇ ਤਾਂ ਦੁਕਾਨ ਦੇ ਪੈਸੇ ਵੀ ਦੇਣੇ ਪੈਣਗੇ, ਤੇ ਜਿਸ ਬੰਦੇ ਨੂੰ ਤੁਸੀਂ ਆਪਣੇ ਨਾਲ ਹੈਲਪ ਲਈ ਕੰਮ ਤੇ ਰੱਖੋਗੇ ਉਸ ਨੂੰ ਮਜ਼ਦੂਰੀ ਵੀ ਦੇਣੀ ਪਏਗੀ। ਇਸ ਤਰ੍ਹਾਂ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਕੋਈ ਬੰਦਾ ਮਜ਼ਦੂਰੀ ਕਰ ਰਿਹਾ ਹੈ, ਕਿਸੇ ਨੂੰ ਵਿਆਜ ਜਾ ਰਿਹਾ ਹੈ, ਕਿਸੇ ਨੂੰ ਜ਼ਮੀਨ ਵੇਚਣ ਖਰੀਦਣ ਵਾਲੇ ਨੂੰ ਪੈਸੇ ਮਿਲ ਰਹੇ ਹਨ। ਸੋ ਇਸ ਤਰ੍ਹਾਂ ਕਰਕੇ ਜਦੋਂ ਸਾਡੀ ਦੁਕਾਨ ਚੱਲਦੀ ਹੈ, ਉਸ ਦੁਕਾਨ ਦੇ ਵਿੱਚ ਅਸੀਂ ਜੇ ਦੇਖਦੇ ਹਾਂ ਤਾਂ ਇੱਕ ਆਮਦਨ ਹੁੰਦੀ ਹੈ। ਉਸ ਆਮਦਨ ਵਿੱਚੋਂ ਇਹ ਸਾਰੇ ਖਰਚੇ ਜਦੋਂ ਅਸੀਂ ਘਟਾ ਦਿੰਦੇ ਹਾਂ ਤਾਂ ਉਸ ਦੁਕਾਨਦਾਰ ਨੂੰ ਕੁਝ ਲਾਭ ਹੁੰਦਾ ਹੋਵੇਗਾ। ਇਸੇ ਤਰ੍ਹਾਂ ਜੇ ਅਸੀਂ ਇਸ ਨੂੰ ਆਮ ਸ਼ਬਦਾਂ ਵਿੱਚ ਕਹੀਏ ਤਾਂ ਕਿਸੇ ਇੱਕ ਸਾਲ ਦੇ ਵਿੱਚ ਜਿੰਨੇ ਵੀ ਵਿਅਕਤੀ ਇਸ ਦੇਸ਼ ਵਿੱਚ ਹਨ, ਜੋ ਨੌਕਰੀ ਕਰ ਰਿਹਾ ਹੈ, ਜੋ ਨੌਕਰੀ ਦੇ ਰਿਹਾ ਹੈ, ਜੋ ਪੈਸੇ ਲੈ ਰਿਹਾ ਹੈ, ਜੋ ਪੈਸੇ ਦੇ ਰਿਹਾ ਹੈ, ਜੋ ਟੈਕਸ ਦੇ ਰਿਹਾ ਹੈ, ਜੋ ਟੈਕਸ ਲੈ ਰਿਹਾ ਹੈ, ਸੋ ਇਹ ਸਾਰੀ ਇਨਕਮ ਨੂੰ ਜੇ ਅਸੀਂ ਜੋੜ ਲਈਏ ਤਾਂ ਇਹ ਸਾਰਾ ਕੁਝ ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਹੁੰਦੀ ਹੈ। ਵਿਦਿਆਰਥੀਓ, ਆਮਦਨ ਇੱਕ ਪ੍ਰਵਾਹ ਹੈ। ਇਸ ਦਾ ਸੰਬੰਧ ਕਿਸੇ ਖਾਸ ਸਮੇਂ ਦੀ ਅਵਧੀ ਨਾਲ ਹੁੰਦਾ ਹੈ। ਆਮ ਤੌਰ ਤੇ ਇਹ ਅਵਧੀ ਇੱਕ ਵਰ੍ਹੇ ਦੀ ਮੰਨੀ ਗਈ ਹੈ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਰਾਸ਼ਟਰੀ ਆਮਦਨ ਇੱਕ ਦੇਸ਼ ਦੇ ਸਾਰੇ ਆਮ ਨਿਵਾਸੀਆਂ ਦੀ ਇੱਕ ਵਰ੍ਹੇ ਦੌਰਾਨ ਅਰਜਿਤ ਆਮਦਨ ਹੁੰਦੀ ਹੈ। ਰਾਸ਼ਟਰੀ ਆਮਦਨ ਦਾ
ਅਨੁਮਾਨ ਲਗਾਉਂਦੇ ਸਮੇਂ ਵਸਤੂਆਂ ਅਤੇ ਸੇਵਾਵਾਂ ਨੂੰ ਉਹਨਾਂ ਦੀਆਂ ਕੀਮਤਾਂ ਦੇ ਨਾਲ ਗੁਣਾ ਕੀਤਾ ਜਾਂਦਾ ਹੈ। ਕੀਮਤਾਂ ਵਿੱਚ ਅਕਸਰ ਪਰਿਵਰਤਨ ਵੀ ਹੁੰਦਾ ਰਹਿੰਦਾ ਹੈ। ਸਾਨੂੰ ਪਤਾ ਹੈ ਕਿ ਕੀਮਤਾਂ ਕਦੀ ਵੱਧ ਜਾਂਦੀਆਂ ਹਨ ਤੇ ਕਦੀ ਘਟ ਜਾਂਦੀਆਂ ਹਨ, ਜਿਸ ਦੇ ਸਿੱਟੇ ਵਜੋਂ ਵਸਤੂਆਂ ਅਤੇ ਸੇਵਾਵਾਂ ਦੀ ਮਾਤਰਾ ਵਿੱਚ ਕੋਈ ਪਰਿਵਰਤਨ ਹੋਇਆ ਰਾਸ਼ਟਰੀ ਆਮਦਨ ਵੱਧ ਜਾਂ ਘਟ ਸਕਦੀ ਹੈ। ਇੱਕ ਵਾਰੀ ਫਿਰ ਕਹਿਣਾ ਹਾਂ ਕਿ ਕੀਮਤਾਂ ਸਦਾ ਇੱਕ ਸਮਾਨ ਨਹੀਂ ਰਹਿੰਦੀਆਂ। ਕੀਮਤਾਂ ਕਦੀ ਵੱਧ ਜਾਂਦੀਆਂ ਹਨ ਤੇ ਕਦੀ ਘਟ ਜਾਂਦੀਆਂ ਹਨ, ਜਿਸ ਦੇ ਸਿੱਟੇ ਵਜੋਂ ਵਸਤੂਆਂ ਅਤੇ ਸੇਵਾਵਾਂ ਦੀ ਮਾਤਰਾ ਵਿੱਚ ਬਿਨਾਂ ਕੋਈ ਪਰਿਵਰਤਨ ਹੋਇਆ ਰਾਸ਼ਟਰੀ ਆਮਦਨ ਵੀ ਜਾਂ ਵੱਧ ਸਕਦੀ ਹੈ ਜਾਂ ਘਟ ਸਕਦੀ ਹੈ। ਇੱਥੇ ਮੈਂ ਅੱਗੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਿਸੇ ਵੀ ਦੇਸ਼ ਦੀ ਅਸਲ ਤਰੱਕੀ ਦਾ ਜੇ ਅੰਦਾਜ਼ਾ ਅਸੀਂ ਲਗਾਉਣਾ ਹੋਵੇ ਤਾਂ ਉਸ ਲਈ ਸਾਨੂੰ ਕਿਸੇ ਵੀ ਦੇਸ਼ ਦੀ ਵੱਖ-ਵੱਖ ਸਾਲਾਂ ਦੀ ਰਾਸ਼ਟਰੀ ਆਮਦਨ ਵਿੱਚ ਇੱਕ ਖਾਸ ਸਾਲ ਦੀਆਂ ਕੀਮਤਾਂ 'ਤੇ ਮਾਪੀ ਜਾਣੀ ਚਾਹੀਦੀ ਹੈ। ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚ ਜਦੋਂ ਘਿਸਾਵਟ ਖਰਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਕੁੱਲ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਇਸ ਤੋਂ ਉਲਟ ਜਦੋਂ ਘਿਸਾਵਟ ਖਰਚ ਨੂੰ ਘਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਸ਼ੁੱਧ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਇਸ ਦੀ ਐਗਜ਼ਾਮਪਲ, ਇੱਕ ਉਦਾਹਰਨ ਮੈਂ ਇੱਥੇ ਇਹ ਦੱਸਣੀ ਚਾਹੁੰਦਾ ਹਾਂ ਕਿ ਘਿਸਾਵਟ ਦਾ ਮਤਲਬ ਕੀ ਹੈ, ਘਿਸਾਵਟ ਖਰਚ ਕਿਸ ਨੂੰ ਕਹਿੰਦੇ ਹਨ। ਘਿਸਾਵਟ ਖਰਚ ਦਾ ਅਰਥ ਹੈ, ਮੈਂ ਇੱਕ ਆਮ ਉਦਾਹਰਨ ਲੈਂਦਾ ਹਾਂ ਕਿ ਆਪਾਂ ਇੱਕ ਮੋਟਰਸਾਈਕਲ ਖਰੀਦਦੇ ਹਾਂ। ਅਸੀਂ ਉਸ ਵਿੱਚ ਪੈਟਰੋਲ ਪਾਉਂਦੇ ਹਾਂ ਤੇ ਉਸ ਨੂੰ ਚਲਾਉਂਦੇ ਹਾਂ। ਪਰ ਪਿਆਰੇ ਬੱਚਿਓ, ਉਸ ਮੋਟਰਸਾਈਕਲ ਦੀ ਕੀਮਤ ਹਰ ਸਾਲ ਘਟਦੀ ਜਾਂਦੀ ਹੈ। ਕਿਉਂ? ਕਿਉਂਕਿ ਉਸ ਦੇ ਟਾਇਰ ਕੱਸਦੇ ਜਾਂਦੇ ਹਨ, ਉਸ ਦਾ ਇੰਜਣ ਪੁਰਾਣਾ ਹੁੰਦਾ ਜਾਂਦਾ ਹੈ। ਸਾਨੂੰ ਉਸ ਮੋਟਰਸਾਈਕਲ ਦੀ ਕੁਝ ਸਮੇਂ ਬਾਅਦ ਸਰਵਿਸ ਵੀ ਕਰਾਉਣੀ ਪੈਂਦੀ ਹੈ। ਸੋ ਇਹ ਜਿਹੜੇ ਖਰਚੇ ਹੁੰਦੇ ਹਨ, ਇਹਨਾਂ ਨੂੰ ਅਸੀਂ ਘਿਸਾਵਟ ਖਰਚੇ ਕਹਿੰਦੇ ਹਾਂ। ਇਸ ਲਈ ਮੈਂ ਇੱਕ ਹੋਰ ਉਦਾਹਰਨ ਲੈਣਾ, ਇੱਕ ਜ਼ਿਮੀਂਦਾਰ ਦੀ, ਇੱਕ ਕਿਸਾਨ ਦੀ ਉਦਾਹਰਨ ਲੈਣਾ ਕਿ ਇੱਕ ਕਿਸਾਨ ਆਪਣੇ ਖੇਤਾਂ ਵਿੱਚ ਕਣਕ ਬੀਜਦਾ ਹੈ। ਮੰਨ ਲਈਏ ਆਪਾਂ ਇੱਕ ਕਿਸਾਨ ਆਪਣੇ ਖੇਤ ਵਿੱਚ ਕਣਕ ਬੀਜਦਾ ਹੈ। ਕਣਕ ਬੀਜਣ ਸਮੇਂ ਉਸ ਨੂੰ ਖੇਤ ਵਿੱਚ ਖਾਦ ਵੀ ਪਾਉਣੀ ਪੈਂਦੀ ਹੈ, ਦਵਾਈਆਂ ਵੀ ਛਿੜਕਣੀਆਂ ਪੈਂਦੀਆਂ ਹਨ, ਪਾਣੀ ਵੀ ਦੇਣਾ ਪੈਂਦਾ ਹੈ ਤੇ ਕਿਸਾਨ ਆਪ ਵੀ ਮਿਹਨਤ ਕਰਦਾ ਹੈ। ਕਿਸਾਨ ਦੀਆਂ ਦਿਹਾੜੀਆਂ ਵੀ ਕਣਕ ਨੂੰ ਪਕਾਉਣ ਤੇ ਲੱਗਦੀਆਂ ਹਨ। ਸੋ ਇਹ ਸਾਰੇ ਕਿਸਾਨ ਦੇ ਖਰਚੇ ਹੁੰਦੇ ਹਨ। ਹੁਣ ਕਿਸਾਨ ਨੇ ਫਸਲ ਕਣਕ ਕੱਟ ਲਈ ਹੈ, ਉਹ ਆਪਣੀ ਫਸਲ ਸ਼ਹਿਰ ਮੰਡੀ ਲੈ ਕੇ ਜਾਂਦਾ ਹੈ, ਉੱਥੇ ਉਹ ਆਪਣੀ ਫਸਲ ਵੇਚ ਆਉਂਦਾ ਹੈ। ਸੋ ਉਸ ਕਿਸਾਨ ਨੂੰ ਜਿਹੜੀ ਕੁੱਲ ਆਮਦਨ ਹੋਈ, ਜਦੋਂ ਉਹ ਕਿਸਾਨ ਉਸ ਕੁੱਲ ਆਮਦਨ ਵਿੱਚੋਂ ਆਪਣੇ ਸਾਰੇ ਖਰਚੇ ਘਟਾ ਦੇਵੇਗਾ, ਕਿਹੜੇ ਖਰਚੇ? ਖਾਦ ਵਾਲੇ ਖਰਚੇ, ਦਵਾਈਆਂ ਵਾਲੇ ਖਰਚੇ, ਕੁਛ ਮਜ਼ਦੂਰ ਲਾਏ ਸੀ ਉਸਨੇ ਕੰਮ ਕਰਨ ਨੂੰ, ਉਹਦੇ ਖਰਚੇ, ਜਦੋਂ ਕੰਬਾਈਨ ਕਣਕ ਨੂੰ ਕੱਟਣ ਆਈ ਉਹਦੇ ਖਰਚੇ, ਜਦੋਂ ਉਹ ਇਹ ਸਾਰੇ ਖਰਚੇ ਉਸ ਵਿੱਚੋਂ ਘਟਾ ਦੇਵੇਗਾ ਤਾਂ ਜਿਹੜੀ ਆਮਦਨ ਉਸ ਨੂੰ ਪ੍ਰਾਪਤ ਹੋਏਗੀ ਉਹ ਉਸ ਦੀ ਸ਼ੁੱਧ ਆਮਦਨ ਹੁੰਦੀ ਹੈ। ਇਸੇ ਤਰ੍ਹਾਂ ਹੀ ਇੱਕ ਦੇਸ਼ ਦੀ ਸ਼ੁੱਧ ਰਾਸ਼ਟਰੀ ਆਮਦਨ ਉਹ ਹੁੰਦੀ ਹੈ ਕਿ ਉਸ ਦੇਸ਼ ਵਿੱਚ ਉਸ ਸਾਲ ਕਿੰਨੇ ਘਿਸਾਵਟ ਦੇ ਖਰਚੇ ਹੋਏ। ਜਦੋਂ ਉਹਨਾਂ ਖਰਚਿਆਂ ਨੂੰ, ਟੁੱਟ ਭੱਜ ਦੇ ਖਰਚਿਆਂ ਨੂੰ ਘਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਸ਼ੁੱਧ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਹੁਣ ਇਸ ਵਿੱਚ ਅੱਗੇ ਹੈ ਘਰੇਲੂ ਆਮਦਨ। ਵਿਦਿਆਰਥੀਓ, ਆਪਾਂ ਨੂੰ ਪਤਾ ਹੈ ਕਿ ਹਰ ਦੇਸ਼ ਆਤਮ ਨਿਰਭਰ ਨਹੀਂ ਹੁੰਦਾ। ਹਰ ਦੇਸ਼ ਕੁਝ ਚੀਜ਼ਾਂ ਦੂਸਰੇ ਦੇਸ਼ਾਂ ਨੂੰ ਵੇਚਦਾ ਹੈ ਅਤੇ ਕੁਝ ਚੀਜ਼ਾਂ ਖਰੀਦਦਾ ਹੈ। ਜੇ ਮੈਂ ਇੱਥੇ ਕਣਕ ਦੀ ਗੱਲ ਕਰਾਂ ਤਾਂ ਭਾਰਤ ਕਣਕ
ਦੂਸਰੇ ਦੇਸ਼ਾਂ ਨੂੰ ਵੇਚਦਾ ਹੈ। ਸੋ ਜੇ ਉਦਾਹਰਣ ਕਣਕ ਦੀ ਲਈ ਹੈ ਤਾਂ ਕਣਕ ਵੇਚਣ ਤੇ ਭਾਰਤ ਨੂੰ, ਮੰਨ ਲਓ ਭਾਰਤ ਈਰਾਨ ਨੂੰ ਕਣਕ ਵੇਚਦਾ ਹੈ, ਈਰਾਨ ਤੋਂ ਮਿਲੇ ਪੈਸੇ, ਈਰਾਨ ਤੋਂ ਪ੍ਰਾਪਤ ਹੋਈ ਜੋ ਸ਼ੁੱਧ ਆਮਦਨ ਹੈ, ਜਦੋਂ ਇਸ ਨੂੰ ਸ਼ੁੱਧ ਰਾਸ਼ਟਰੀ ਆਮਦਨ ਵਿੱਚੋਂ ਘਟਾ ਦਿੱਤਾ ਜਾਵੇ ਤਾਂ ਉਸ ਨੂੰ ਸ਼ੁੱਧ ਘਰੇਲੂ ਆਮਦਨ ਕਿਹਾ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰਤੀ ਵਿਅਕਤੀ ਆਮਦਨ। ਪ੍ਰਤੀ ਵਿਅਕਤੀ ਆਮਦਨ ਕਿਸੇ ਦੇਸ਼ ਦੇ ਲੋਕਾਂ ਨੂੰ ਇੱਕ ਨਿਸ਼ਚਿਤ ਅਵਧੀ ਵਿੱਚ ਪ੍ਰਾਪਤ ਹੋਣ ਵਾਲੀ ਆਮਦਨ ਹੁੰਦੀ ਹੈ। ਪ੍ਰਤੀ ਵਿਅਕਤੀ ਆਮਦਨ ਇੱਕ ਔਸਤ ਆਮਦਨ ਹੈ। ਪਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਦੇਸ਼ ਦੇ ਸਾਰੇ ਨਾਗਰਿਕਾਂ ਦੀ ਇੱਕ ਸਮਾਨ ਆਮਦਨ ਹੀ ਹੁੰਦੀ ਹੈ। ਵਿਦਿਆਰਥੀਓ, ਜੇ ਇਸ ਤਰ੍ਹਾਂ ਹੁੰਦਾ ਤਾਂ ਸਾਡੇ ਦੇਸ਼ ਵਿੱਚ ਸਾਰੇ ਟਾਟਾ ਬਿਰਲਾ ਹੁੰਦੇ। ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਅੰਬਾਨੀ ਵੀ ਹਨ, ਸਾਡੇ ਦੇਸ਼ ਵਿੱਚ ਗਰੀਬ ਕਿਸਾਨ ਵੀ ਹੈ, ਸਾਡੇ ਦੇਸ਼ ਵਿੱਚ ਦਿਹਾੜੀਦਾਰ ਮਜ਼ਦੂਰ ਵੀ ਹੈ। ਜਿੱਥੇ ਇਹਨਾਂ ਵੱਡੇ ਵੱਡੇ ਲੋਕਾਂ ਦੀ ਰੋਜ਼ ਦੀ ਆਮਦਨ ਲੱਖਾਂ ਰੁਪਏ ਹੈ, ਇੱਕ ਗਰੀਬ ਦੀ ਆਮਦਨ 100 ਰੁਪਈਆ ਵੀ ਹੈ, 50 ਰੁਪਏ ਵੀ ਹਨ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਦੇਸ਼ ਵਿੱਚ ਸਾਰੇ ਲੋਕਾਂ ਦੀ ਆਮਦਨ ਇੱਕੋ ਜਿਹੀ ਨਹੀਂ ਹੁੰਦੀ। ਸਾਡੇ ਦੇਸ਼ ਵਿੱਚ ਕੁਝ ਲੋਕ ਬਹੁਤ ਅਮੀਰ ਹਨ, ਕੁਝ ਲੋਕ ਬਹੁਤ ਗਰੀਬ ਹਨ, ਕੁਝ ਲੋਕ ਸਧਾਰਨ ਹਨ। ਸੋ ਜਦੋਂ ਆਪਾਂ ਪ੍ਰਤੀ ਵਿਅਕਤੀ ਆਮਦਨ ਦਾ ਹਿਸਾਬ ਲਗਾਉਂਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਆਪਣੇ ਦੇਸ਼ ਦੀ ਰਾਸ਼ਟਰੀ ਆਮਦਨ ਨੂੰ ਸਾਡੇ ਦੇਸ਼ ਦੀ ਕੁੱਲ ਜਨਸੰਖਿਆ ਦੇ ਨਾਲ ਭਾਗ ਦੇ ਦਿੰਦੇ ਹਾਂ। ਠੀਕ ਹੈ ਜੀ। ਔਰ ਇਸ ਵਿੱਚ ਮੈਂ ਅੱਗੇ ਇੱਕ ਹੋਰ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਇੱਕ ਪੁਆਇੰਟ ਨੋਟ ਕਰਨਾ ਤੁਸੀਂ ਕਿ ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਵਧਣ ਨਾਲ ਇਹ ਜ਼ਰੂਰੀ ਨਹੀਂ ਕਿ ਉਸ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਹੋ ਗਿਆ ਹੋਵੇਗਾ। ਤੁਸੀਂ ਸਮਝਦੇ ਨਾ ਜੀਵਨ ਪੱਧਰ ਉੱਚਾ ਹੋਣ ਦਾ ਕੀ ਮਤਲਬ ਹੁੰਦਾ? ਜੀਵਨ ਪੱਧਰ ਉੱਚਾ ਹੋਣ ਦਾ ਮਤਲਬ ਹੁੰਦਾ ਕਿ ਜਦੋਂ ਕਿਸੇ ਕੋਲ ਪੈਸੇ ਜ਼ਿਆਦਾ ਆਉਣ ਲੱਗ ਪੈਂਦੇ ਹਨ ਤਾਂ ਉਹ, ਜੇ ਉਸ ਕੋਲ ਮੋਟਰਸਾਈਕਲ ਹੈ ਤਾਂ ਉਹ ਕਾਰ ਲੈ ਲੈਂਦਾ ਹੈ, ਉਹ ਕੱਪੜੇ ਵਧੀਆ ਵਧੀਆ ਲੈ ਲੈਂਦਾ ਹੈ, ਉਹ ਵੱਡੀਆਂ ਫਰਿੱਜਾਂ ਲੈ ਆਉਂਦਾ ਹੈ ਘਰ, ਉਹ ਹਰ ਚੀਜ਼ ਆਪਣੀ ਜਿੰਨੀ ਵੀ ਵਧੀਆ ਹੋ ਸਕਦੀ ਹੈ ਉਹ ਲੱਭ ਕੇ ਲੈ ਆਉਂਦਾ ਹੈ। ਇਸ ਨੂੰ ਕਹਿੰਦੇ ਹਨ ਜੀਵਨ ਪੱਧਰ। ਸੋ ਲੋਕਾਂ ਦਾ ਜੀਵਨ ਪੱਧਰ ਪ੍ਰਤੀ ਵਿਅਕਤੀ ਆਮਦਨ ਤੇ ਨਿਰਭਰ ਕਰਦਾ ਹੈ। ਮੈਂ ਜੇ ਅੱਗੇ ਇੱਕ ਹੋਰ ਉਦਾਹਰਨ ਲਵਾਂ ਕਿ ਮੰਨ ਲਓ ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚ 4% ਵਾਧਾ ਹੋ ਗਿਆ ਹੋਵੇ, ਪਰ ਉਸ ਦੇਸ਼ ਦੀ ਜਨਸੰਖਿਆ ਵੀ 4% ਹੀ ਵੱਧ ਗਈ ਹੋਵੇ, ਤਾਂ ਵਿਦਿਆਰਥੀਓ ਇਸ ਹਾਲਤ ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ ਕੋਈ ਵਾਧਾ ਨਹੀਂ ਹੋਏਗਾ, ਕਿਉਂਕਿ ਜਿੰਨੀ ਆਮਦਨ ਵਧੀ ਉਨੀ ਜਨਸੰਖਿਆ ਵੱਧ ਗਈ। ਸੋ ਇਸ ਲਈ ਜਦੋਂ ਅਸੀਂ ਕਿਸੇ ਦੇਸ਼ ਦੀ ਵਿਕਾਸ ਦਰ ਦਾ ਹਿਸਾਬ ਲਾਉਂਦੇ ਹਾਂ, ਜਦੋਂ ਅਸੀਂ ਦੇਖਦੇ ਹਾਂ ਕਿ ਕਿਹੜਾ ਦੇਸ਼ ਅਮੀਰ ਹੈ, ਕਿਹੜਾ ਦੇਸ਼ ਗਰੀਬ ਹੈ, ਤਾਂ ਉਸ ਲਈ ਉਸ ਦੇਸ਼ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਹੀ ਦੇਖਣ ਵਾਲੀ ਚੀਜ਼ ਹੁੰਦੀ ਹੈ। ਠੀਕ ਹੈ ਵਿਦਿਆਰਥੀਓ, ਇਸ ਲਈ ਕਿਸੇ ਦੇਸ਼ ਦੀ ਵਿਕਾਸ ਦਰ ਵਿੱਚ ਵਾਧਾ ਤਾਂ ਹੀ ਹੋਏਗਾ ਜਦੋਂ ਪ੍ਰਤੀ ਵਿਅਕਤੀ ਆਮਦਨ ਅਸਲ ਆਮਦਨ ਵਿੱਚ ਵਾਧਾ ਹੁੰਦਾ ਰਹੇ। ਜਦੋਂ ਸਾਡੀ ਆਮਦਨ ਵੱਧਦੀ ਜਾਏਗੀ, ਸਾਡੇ ਦੇਸ਼ ਦੀ ਤਰੱਕੀ ਆਪਣੇ ਆਪ ਹੁੰਦੀ ਜਾਏਗੀ। ਜਿਸ ਦੇਸ਼ ਦੇ ਲੋਕ ਅਮੀਰ ਹੋਣਗੇ ਉਹ ਦੇਸ਼ ਅਮੀਰ ਹੋਏਗਾ, ਜਿਸ ਦੇਸ਼ ਦੇ ਲੋਕ ਗਰੀਬ ਹੋਣਗੇ ਉਹ ਦੇਸ਼ ਸੁਭਾਵਿਕ ਤੌਰ ਤੇ ਗਰੀਬ ਹੋਏਗਾ। ਹੁਣ ਆਪਾਂ ਗੱਲ ਉਪਭੋਗ ਦੀ ਕਰਦੇ ਹਾਂ। ਬੱਚਿਓ, ਆਮ ਤੌਰ ਤੇ ਉਪਭੋਗ ਸ਼ਬਦ ਦਾ ਪ੍ਰਯੋਗ ਦੋ ਅਰਥਾਂ ਵਿੱਚ ਕੀਤਾ ਜਾਂਦਾ ਹੈ, ਇੱਕ ਕਿਰਿਆ ਦੇ ਰੂਪ ਵਿੱਚ ਤੇ ਦੂਸਰਾ ਖਰਚ ਦੇ ਰੂਪ ਵਿੱਚ। ਕਿਰਿਆ ਦੇ ਰੂਪ ਵਿੱਚ ਉਪਭੋਗ
ਇਹ ਕਿਰਿਆ ਹੈ ਜਿਸ ਰਾਹੀਂ ਮਨੁੱਖ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਦਾ ਹੈ। ਉਸ ਦੀਆਂ ਲੋੜਾਂ ਦੀ ਪ੍ਰਤੱਖ ਸੰਤੁਸ਼ਟੀ ਹੁੰਦੀ ਹੈ। ਜਿਵੇਂ ਜਦੋਂ ਸਾਨੂੰ ਪਿਆਸ ਲੱਗਦੀ ਹੈ ਤਾਂ ਅਸੀਂ ਪਾਣੀ ਪੀਂਦੇ ਹਾਂ, ਜਦੋਂ ਸਾਨੂੰ ਭੁੱਖ ਲੱਗਦੀ ਹੈ ਅਸੀਂ ਰੋਟੀ ਖਾਂਦੇ ਹਾਂ। ਜਾਂ ਮੈਂ ਇਹ ਕਹਾਂ ਕਿ ਜਿਸ ਰਾਹੀਂ ਮਨੁੱਖ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਲਈ ਕਿਸੇ ਵਸਤੂ ਦੀ ਉਪਭੋਗਤਾ ਵਰਤੋਂ ਕਰਦਾ ਹੈ। ਇੱਕ ਛੋਟੀ ਜਿਹੀ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਚਾਹੁੰਦਾ ਹਾਂ ਕਿ ਜਦੋਂ ਅਸੀਂ ਉਪਭੋਗ ਕਰਦੇ ਹਾਂ, ਮੰਨ ਲਓ ਅਸੀਂ ਰੋਟੀ ਖਾਂਦੇ ਹਾਂ, ਅਸੀਂ ਕਿਉਂ ਖਾਂਦੇ ਹਾਂ? ਰੋਟੀ ਵਿੱਚ ਕੀ ਅਜਿਹੀ ਚੀਜ਼ ਹੈ? ਬੱਚਿਓ, ਰੋਟੀ ਸਾਡੇ ਢਿੱਡ ਦੀ ਭੁੱਖ ਨੂੰ ਦੂਰ ਕਰਦੀ ਹੈ, ਪਾਣੀ ਸਾਡੇ ਪਿਆਸ ਨੂੰ ਦੂਰ ਕਰਦਾ ਹੈ। ਇਸੇ ਕਰਕੇ ਅਸੀਂ ਇਹਨਾਂ ਚੀਜ਼ਾਂ ਦਾ ਉਪਭੋਗ ਕਰਦੇ ਹਾਂ। ਸੋ ਇਹਨਾਂ ਚੀਜ਼ਾਂ ਵਿੱਚ ਇੱਕ ਸ਼ਕਤੀ ਹੁੰਦੀ ਹੈ ਜੋ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦੀ ਹੈ। ਖਰਚ ਦੇ ਰੂਪ ਵਿੱਚ ਉਪਭੋਗ ਤੋਂ ਭਾਵ ਉਸ ਕੁੱਲ ਖਰਚ ਤੋਂ ਹੈ ਜੋ ਉਪਭੋਗ ਵਸਤਾਂ ਤੇ ਕੀਤਾ ਜਾਂਦਾ ਹੈ। ਰਾਸ਼ਟਰੀ ਆਮਦਨ ਵਿੱਚ ਲੋਕ ਆਪਣੀਆਂ ਲੋੜਾਂ ਦੀ ਪ੍ਰਤੱਖ ਸੰਤੁਸ਼ਟੀ ਲਈ ਵਸਤਾਂ ਅਤੇ ਸੇਵਾਵਾਂ ਨੂੰ ਖਰੀਦਣ ਲਈ ਜੋ ਪੈਸੇ ਖਰਚ ਕਰਦੇ ਹਨ ਉਸ ਨੂੰ ਉਪਭੋਗ ਜਾਂ ਕੁੱਲ ਉਪਭੋਗ ਖਰਚ ਕਹਿੰਦੇ ਹਨ। ਜਿਵੇਂ ਅਸੀਂ ਕਣਕ ਖਰੀਦਦੇ ਹਾਂ, ਦਾਲਾਂ ਖਰੀਦਦੇ ਹਾਂ, ਸਬਜ਼ੀਆਂ ਖਰੀਦਦੇ ਹਾਂ, ਇਹ ਸਾਰਾ ਕੁਛ ਤੇ ਜਿਹੜੇ ਅਸੀਂ ਪੈਸੇ ਖਰਚ ਕਰਦੇ ਹਾਂ ਇਸ ਨੂੰ ਅਸੀਂ ਉਪਭੋਗ ਜਾਂ ਕੁੱਲ ਉਪਭੋਗ ਖਰਚ ਕਹਿੰਦੇ ਹਾਂ। ਠੀਕ ਹੈ ਜੀ। ਜੇ ਮੈਂ ਉਦਾਹਰਨ ਲਵਾਂ ਤਾਂ ਮੰਨ ਲਓ ਮੇਰੀ ਕੁੱਲ ਆਮਦਨ 2000 ਰੁਪਈਆ ਹੈ, ਉਸ ਵਿੱਚੋਂ 1500 ਰੁਪਈਆ ਮੈਂ ਉਪਭੋਗ ਵਸਤਾਂ ਅਤੇ ਸੇਵਾਵਾਂ 'ਤੇ ਖਰੀਦ ਲੈਂਦਾ ਹਾਂ। ਮੈਂ ਆਪਣੀਆਂ ਰੋਜ਼ ਦੀਆਂ ਚੀਜ਼ਾਂ ਦੁੱਧ, ਦਹੀਂ, ਦਾਲਾਂ ਆਦਿ 'ਤੇ ਖਰੀਦ ਲੈਂਦਾ ਹਾਂ। ਤਾਂ ਇਸ ਤਰ੍ਹਾਂ ਮੇਰੀ ਬਚਤ 500 ਰੁਪਈਆ ਹੋਈ। ਸੋ ਜੇ ਮੈਂ ਇੱਥੇ ਇਹ ਕਹਾਂ ਕਿ ਆਮਦਨ ਬਰਾਬਰ ਹੈ ਉਪਭੋਗ ਜਮ੍ਹਾਂ ਬਚਤ, ਤਾਂ ਤੁਸੀਂ ਆਪ ਦੇਖ ਲਓ ਕਿ 1500 ਜਮ੍ਹਾਂ 5000, 500 2000 ਰੁਪਇਆ ਹੋ ਗਈ। ਸੋ ਇੱਥੇ ਅਸੀਂ ਉਪਭੋਗ ਦਾ ਸ਼ਬਦ ਕੁੱਲ ਖਰਚੇ ਦੇ ਰੂਪ ਵਿੱਚ ਵੀ ਕਰਦੇ ਹਾਂ। ਜੇ ਮੈਂ ਇਸ ਦੀ ਪਰਿਭਾਸ਼ਾ ਦੇਣੀ ਹੋਵੇ, ਜੇ ਮੈਂ ਉਪਭੋਗ ਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਮੈਂ ਇਹ ਕਹਾਂਗਾ ਕਿ ਉਪਭੋਗ ਤੋਂ ਭਾਵ ਕਿਸੇ ਅਰਥ ਵਿਵਸਥਾ ਵਿੱਚ ਇੱਕ ਵਰ੍ਹੇ ਦੌਰਾਨ ਉਪਭੋਗ ਕੀਤੇ ਜਾਣ ਵਾਲੇ ਖਰਚ ਤੋਂ ਲਿਆ ਜਾਂਦਾ ਹੈ। ਹੁਣ ਮੈਂ ਜੇ ਇਸ ਨੂੰ ਇੱਕ ਉਦਾਹਰਨ ਨਾਲ ਤੁਹਾਡੇ ਨਾਲ ਸਾਂਝਾ ਕਰਨਾ ਹੋਵੇ ਤਾਂ ਮੈਂ ਇੱਥੇ ਇੱਕ ਹੋਰ ਗੱਲ ਕਹਾਂਗਾ ਕਿ ਉਪਭੋਗ ਕਈਆਂ ਚੀਜ਼ਾਂ ਉੱਪਰ ਨਿਰਭਰ ਕਰਦਾ ਹੈ। ਆਮਦਨ 'ਤੇ ਵੀ ਕਰਦਾ ਹੈ, ਵਸਤੂ ਦੀ ਕੀਮਤ 'ਤੇ ਵੀ ਕਰਦਾ ਹੈ, ਫੈਸ਼ਨ 'ਤੇ ਵੀ ਕਰਦਾ ਹੈ। ਆਮਦਨ 'ਤੇ ਕਿਵੇਂ ਨਿਰਭਰ ਕਰਦਾ ਹੈ? ਹੁਣ ਜੇ ਮੈਨੂੰ ਰੋਜ਼ਾਨਾ 5000 ਰੁਪਈਆ ਮੈਨੂੰ ਮਿਲਦੇ ਹੋਣ, ਮੇਰੀ ਆਮਦਨ ਰੋਜ਼ ਦਾ 5000 ਰੁਪਈਆ ਹੋਵੇ ਤਾਂ ਮੈਂ 5000 ਦੇ ਹਿਸਾਬ ਨਾਲ ਖਰਚਾ ਕਰ ਸਕਦਾ ਹਾਂ। ਤੇ ਦੂਸਰੇ ਪਾਸੇ ਜੇ ਮੇਰੀ ਆਮਦਨ 50 ਰੁਪਏ ਹੋਵੇ ਤਾਂ ਤੁਸੀਂ ਆਪ ਦੇਖ ਲਓ ਮੈਂ 50 ਰੁਪਏ ਦੇ ਵਿੱਚ ਉਸ ਹਿਸਾਬ ਨਾਲ ਹੀ ਖਰਚੇ ਕਰਾਂਗਾ। ਵਸਤੂ ਦੀ ਕੀਮਤ, ਹੁਣ ਮੰਨ ਲਓ ਮੇਰੀ ਆਮਦਨ 50 ਰੁਪਏ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਮੈਂ 5 ਲੱਖ ਵਾਲੀ ਕਾਰ ਖਰੀਦ ਸਕਦਾ ਹਾਂ। ਸੋ ਮਨੁੱਖ ਦੀ ਆਮਦਨ ਅਤੇ ਵਸਤੂ ਦੀ ਕੀਮਤ 'ਤੇ ਵੀ ਉਪਭੋਗ ਨਿਰਭਰ ਕਰਦਾ ਹੈ। ਜੇ ਮੇਰੀ ਰੋਜ਼ਾਨਾ ਆਮਦਨ 50 ਰੁਪਏ ਹੈ ਤਾਂ ਸ਼ਾਇਦ ਮੈਂ ਕਾਰ ਨਹੀਂ ਖਰੀਦ ਸਕਦਾ, ਮੇਰਾ ਧਿਆਨ ਰੋਟੀ ਪਾਣੀ ਵੱਲ ਹੀ ਹੋਏਗਾ। ਤੇ ਅਗਲੀ ਗੱਲ ਹੈ ਫੈਸ਼ਨ ਦੀ। ਫੈਸ਼ਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਕਿ ਇਸ 'ਤੇ ਵੀ ਉਪਭੋਗ ਨਿਰਭਰ ਕਰਦਾ ਹੈ। ਕਿਸੇ ਵੇਲੇ ਅਸੀਂ ਫੈਸ਼ਨ ਦੇ ਵਿੱਚ ਕੁਝ ਇੱਦਾਂ ਦੀਆਂ ਚੀਜ਼ਾਂ ਵੀ ਖਰੀਦ ਲੈਂਦੇ ਹਾਂ ਜਿਹੜੀਆਂ ਸ਼ਾਇਦ ਸਾਨੂੰ ਖਰੀਦਣੀਆਂ ਨਹੀਂ ਚਾਹੀਦੀਆਂ ਹੁੰਦੀਆਂ ਹਨ, ਪਰ
ਕਿਉਂਕਿ ਫੈਸ਼ਨ ਹੁੰਦਾ ਹੈ। ਇਸ ਕਰਕੇ ਉਸ ਸਮੇਂ ਅਸੀਂ ਨਾ ਤਾਂ ਆਪਣੀ ਆਮਦਨ ਦੇਖਦੇ ਹਾਂ ਤੇ ਨਾ ਹੀ ਉਸ ਵਸਤੂ ਦੀ ਕੀਮਤ ਦੇਖਦੇ ਹਾਂ। ਅਸੀਂ ਉਧਾਰ ਲੈ ਕੇ ਵੀ ਉਹ ਚੀਜ਼ ਖਰੀਦ ਲੈਂਦੇ ਹਾਂ, ਅਸੀਂ ਉਸ ਦਾ ਉਪਭੋਗ ਕਰ ਲੈਂਦੇ ਹਾਂ। ਪਰ ਇੱਥੇ ਮੈਂ ਇਹ ਕਹਿਣਾ ਜ਼ਰੂਰ ਚਾਹਾਂਗਾ ਕਿ ਤਿੰਨਾਂ ਚੀਜ਼ਾਂ ਵਿੱਚੋਂ ਆਮਦਨ, ਵਸਤੂ ਦੀ ਕੀਮਤ ਅਤੇ ਫੈਸ਼ਨ, ਤਿੰਨਾਂ ਵਿੱਚੋਂ ਸਭ ਤੋਂ ਵੱਧ ਉਪਭੋਗ ਨੂੰ ਜੇ ਕੋਈ ਪ੍ਰਭਾਵਿਤ ਕਰਦਾ ਹੈ ਤਾਂ ਉਹ ਵਿਅਕਤੀ ਦੀ ਆਮਦਨ ਹੈ। ਪ੍ਰਸਿੱਧ ਅਰਥਸ਼ਾਸਤਰੀ ਕੇਨਜ਼ ਦਾ ਇਹ ਮਤ ਸੀ ਕਿ ਕਿਸੇ ਅਰਥ ਵਿਵਸਥਾ ਦਾ ਕੁੱਲ ਉਪਭੋਗ ਖਰਚ ਮੁੱਖ ਰੂਪ ਨਾਲ ਆਮਦਨ ਤੇ ਨਿਰਭਰ ਕਰਦਾ ਹੈ। ਸੋ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਜੇ ਆਮਦਨ ਵੱਧਦੀ ਹੈ ਤਾਂ ਉਸ ਨਾਲ ਉਪਭੋਗ ਵੀ ਵੱਧਦਾ ਹੈ, ਤੇ ਜੇ ਆਮਦਨ ਘਟਦੀ ਹੈ ਤਾਂ ਉਪਭੋਗ ਵੀ ਘਟ ਜਾਂਦਾ ਹੈ। ਹੁਣ ਆਪਾਂ ਉਪਭੋਗ ਦੀ ਪ੍ਰਵਿਰਤੀ ਸੰਬੰਧੀ ਦੋ ਗੱਲਾਂ ਕਰਦੇ ਹਾਂ। ਇਸ ਦੀਆਂ ਦੋ ਕਿਸਮਾਂ ਦੀਆਂ ਗੱਲਾਂ ਕਰਦੇ ਹਾਂ, ਜਿਸ ਨਾਲ ਸਾਨੂੰ ਇਹ ਪਤਾ ਲੱਗੇਗਾ ਕਿ ਜੇ ਮਨੁੱਖ ਦੀ ਆਮਦਨ ਵੱਧ ਜਾਵੇ ਤਾਂ ਉਪਭੋਗ ਕਿੰਨਾ ਵੱਧਦਾ ਹੈ। ਜ਼ਿਆਦਾ ਵੱਧਦਾ ਹੈ, ਵੱਧ ਵੱਧਦਾ ਹੈ, ਘੱਟ ਵੱਧਦਾ ਹੈ ਜਾਂ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਹੈ ਔਸਤ ਉਪਭੋਗ ਪ੍ਰਵਿਰਤੀ। ਪਿਆਰੇ ਵਿਦਿਆਰਥੀਓ, ਜਦੋਂ ਮਨੁੱਖ ਦੇ ਕੁੱਲ ਖਰਚੇ ਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਆਪਾਂ ਔਸਤ ਪ੍ਰਵਿਰਤੀ ਕਹਿੰਦੇ ਹਾਂ। ਇਸ ਤੋਂ ਪਤਾ ਚੱਲਦਾ ਹੈ ਕਿ ਲੋਕ ਆਪਣੀ ਆਮਦਨ ਦਾ ਕਿੰਨਾ ਹਿੱਸਾ ਉਪਭੋਗ ਤੇ ਖਰਚ ਕਰਦੇ ਹਨ ਅਤੇ ਕਿੰਨਾ ਹਿੱਸਾ ਬਚਾਉਂਦੇ ਹਨ। ਸੋ ਆਪਾਂ ਕਹਿ ਸਕਦੇ ਹਾਂ ਕਿ ਔਸਤ ਉਪਭੋਗ ਪ੍ਰਵਿਰਤੀ ਸਦਾ ਹੀ ਉਪਭੋਗ ਨੂੰ ਜੇ ਆਮਦਨ ਨਾਲ ਭਾਗ ਦੇ ਦਈਏ ਤਾਂ ਉਸ ਦੇ ਬਰਾਬਰ ਹੁੰਦੀ ਹੈ। ਹੁਣ ਇੱਥੇ ਵੀ ਮੈਂ ਇੱਕ ਹੋਰ ਉਦਾਹਰਨ ਲਵਾਂਗਾ ਕਿ ਮੰਨ ਲਓ ਮੇਰੀ ਆਮਦਨ 100 ਰੁਪਇਆ ਹੈ, ਉਸ ਵਿੱਚੋਂ ਮੈਂ 80 ਰੁਪਏ ਉਪਭੋਗ ਤੇ ਖਰਚ ਦਿੰਦਾ ਹਾਂ। ਸੋ ਜੇ ਮੈਂ ਇੱਥੇ ਆਪਣੀ ਔਸਤ ਉਪਭੋਗ ਪ੍ਰਵਿਰਤੀ ਪਤਾ ਕਰਨੀ ਹੋਵੇ ਤਾਂ ਮੈਨੂੰ ਆਪਣੇ ਉਪਭੋਗ ਜਿਹੜਾ ਕਿ 80 ਰੁਪਏ ਹੈ ਉਸ ਨੂੰ ਆਪਣੀ ਆਮਦਨ ਜੋ ਕਿ 100 ਰੁਪਏ ਹੈ ਨਾਲ ਭਾਗ ਦੇਣਾ ਪਏਗਾ, ਜੋ ਕਿ 80% ਬਣ ਜਾਵੇਗੀ। ਸੋ ਜਿੱਥੋਂ ਮੈਨੂੰ ਪਤਾ ਲੱਗੇਗਾ ਕਿ ਮੈਂ ਆਪਣੀ ਆਮਦਨ ਵਿੱਚੋਂ 80% ਹਿੱਸਾ ਖਰਚ ਕਰ ਰਿਹਾ ਹਾਂ ਅਤੇ 20% ਹਿੱਸਾ ਬਚਾ ਰਿਹਾ ਹਾਂ, ਸੇਵਿੰਗ ਕਰ ਰਿਹਾ ਹਾਂ, ਬੱਚਤ ਕਰ ਰਿਹਾ ਹਾਂ। ਹੁਣ ਗੱਲ ਕਰਦੇ ਹਾਂ ਸੀਮਾਂਤ ਉਪਭੋਗ ਪ੍ਰਵਿਰਤੀ ਦੀ, ਸੀਮਾਂਤ ਉਪਭੋਗ ਆਦਤ ਦੀ। ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਵਜੋਂ ਉਪਭੋਗ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਸੀਮਾਂਤ ਉਪਭੋਗ ਪ੍ਰਵਿਰਤੀ ਵੀ ਕਿਹਾ ਜਾਂਦਾ ਹੈ। ਭਾਵ ਸੀਮਾਂਤ ਉਪਭੋਗ ਪ੍ਰਵਿਰਤੀ ਬਰਾਬਰ ਹੈ ਉਪਭੋਗ ਵਿੱਚ ਪਰਿਵਰਤਨ ਨੂੰ ਜੇ ਅਸੀਂ ਭਾਗ ਦੇ ਦਈਏ ਆਮਦਨ ਵਿੱਚ ਪਰਿਵਰਤਨ ਨਾਲ। ਇਸ ਨੂੰ ਵੀ ਮੈਂ ਇੱਕ ਪਿਛਲੀ ਉਦਾਹਰਨ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਮੇਰੀ ਆਮਦਨ ਰੋਜ਼ਾਨਾ 100 ਰੁਪਇਆ ਸੀ ਤੇ ਮੇਰਾ ਖਰਚਾ 80 ਰੁਪਏ ਸੀ, ਤੇ ਮੈਂ ਇਹ ਵੀ ਤੁਹਾਨੂੰ ਦੱਸਿਆ ਕਿ ਮੈਂ 80% ਹਿੱਸਾ ਖਰਚ ਕਰ ਰਿਹਾ ਸੀ ਤੇ 20% ਹਿੱਸਾ ਬਚਾ ਰਿਹਾ ਸੀ। ਹੁਣ ਆਪਾਂ ਇਸ ਉਦਾਹਰਨ ਨੂੰ ਅੱਗੇ ਲੈ ਕੇ ਜਾਂਦੇ ਹਾਂ। ਮੰਨ ਲਓ ਮੇਰੀ ਆਮਦਨ 100 ਰੁਪਏ ਤੋਂ ਵੱਧ ਕੇ 200 ਰੁਪਇਆ ਹੋ ਗਈ, ਦੁੱਗਣੀ ਹੋ ਗਈ, 100 ਰੁਪਏ ਦਾ ਵਾਧਾ ਹੋ ਗਿਆ ਉਸ ਵਿੱਚ, ਤੇ ਮੇਰਾ ਖਰਚਾ ਵੱਧ ਕੇ ਜੋ 80 ਰੁਪਏ ਸੀ ਹੁਣ ਮੈਂ 120 ਰੁਪਏ ਖਰਚਣੇ ਸ਼ੁਰੂ ਕਰ ਦਿੱਤੇ। ਤਾਂ ਮੈਂ ਸੀਮਾਂਤ ਉਪਭੋਗ ਪ੍ਰਵਿਰਤੀ ਨੂੰ ਇਸ ਤਰ੍ਹਾਂ ਲਿਖਾਂਗਾ ਕਿ ਉਪਭੋਗ ਵਿੱਚ ਪਰਿਵਰਤਨ। ਕੀ ਪਰਿਵਰਤਨ ਆਇਆ? 80 ਤੋਂ 120 ਹੋ ਗਏ, 40 ਰੁਪਏ ਦਾ ਫਰਕ ਆ ਗਿਆ। ਤੇ ਆਮਦਨ ਵਿੱਚ ਪਰਿਵਰਤਨ 100 ਤੋਂ 200 ਹੋ ਗਏ, 100 ਰੁਪਏ ਦਾ ਫਰਕ ਆ ਗਿਆ। ਜੇ ਹੁਣ ਆਪਾਂ ਦੇਖੀਏ ਤਾਂ ਇਹ ਹੋਏਗਾ 40/100 ਬਰਾਬਰ ਹੈ 40%। ਸੋ ਆਪਾਂ ਕੀ ਦੇਖਿਆ ਕਿ ਆਪਾਂ ਇੱਕ ਦਿਨ ਪਹਿਲਾਂ ਤਾਂ 80%
ਖਰਚ ਕਰ ਰਿਹਾ ਸੀ ਤੇ 20% ਬਚਾ ਰਿਹਾ ਸੀ। ਹੁਣ ਆਪਾਂ ਸੀਮਾਂਤ ਪ੍ਰਵਿਰਤੀ ਦੇ ਹਿਸਾਬ ਨਾਲ ਦੇਖੀਏ ਤਾਂ ਉਹ 80% ਉਪਭੋਗ ਹੁਣ 40% ਉਪਭੋਗ ਰਹਿ ਗਿਆ। ਮੈਂ ਕਹਿਣਾ ਕੀ ਚਾਹੁੰਦਾ ਹਾਂ, ਇੱਥੇ ਆਮ ਸ਼ਬਦਾਂ ਵਿੱਚ, ਤੁਹਾਡੀ ਭਾਸ਼ਾ ਵਿੱਚ ਬੱਚਿਓ, ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਵੀ ਇਨਸਾਨ ਦੀ, ਕਿਸੇ ਵੀ ਇਨਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ ਤਾਂ ਸਿਆਣਾ ਇਨਸਾਨ ਉਹ ਸਾਰੇ ਪੈਸੇ ਨਹੀਂ ਖਰਚ ਲੈਂਦਾ, ਉਸ ਦਾ ਉਪਭੋਗ ਓਨਾ ਨਹੀਂ ਹੁੰਦਾ, ਉਹਦੇ ਵਿੱਚੋਂ ਉਹ ਕੁਛ ਭਾਗ ਬਚਾ ਲੈਂਦਾ ਹੈ। ਸੋ ਸੀਮਾਂਤ ਉਪਭੋਗ ਪ੍ਰਵਿਰਤੀ ਸਦਾ ਹੀ ਸਿਫਰ ਤੋਂ ਵੱਧ ਹੁੰਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਆਮਦਨ ਵੱਧਦੀ ਹੈ ਤਾਂ ਬੰਦੇ ਦਾ ਖਰਚ ਵੱਧਦਾ ਹੈ। ਸਿਫਰ ਤੋਂ ਵਧੇਰੇ ਹੋਣ ਦਾ ਮਤਲਬ ਇਹੀ ਹੈ ਕਿ ਜਦੋਂ ਬੰਦੇ ਦੀ ਆਮਦਨ ਵੱਧਦੀ ਹੈ ਤਾਂ ਕਿਸੇ ਵੀ ਮਨੁੱਖ ਦੀ ਆਮਦਨ ਵੱਧਦੀ ਹੈ ਤਾਂ ਉਹ ਖਰਚ ਵੀ ਵਧਾਉਂਦਾ ਹੈ, ਕਦੀ ਜ਼ੀਰੋ ਨਹੀਂ ਹੁੰਦਾ। ਅਤੇ ਇਕਾਈ ਤੋਂ ਘੱਟ ਹੁੰਦੀ ਹੈ, ਮਤਲਬ 1 ਤੋਂ ਘੱਟ ਹੁੰਦੀ ਹੈ। 1 ਤੋਂ ਘੱਟ ਹੋਣ ਦਾ ਮਤਲਬ ਇਹ ਹੈ ਕਿ ਜੇ ਉਸ ਦੀ ਆਮਦਨ 100 ਤੋਂ 200 ਹੋ ਗਈ ਪਰ ਉਸਨੇ ਆਪਣਾ ਖਰਚ 80 ਤੋਂ 160 ਨਹੀਂ ਕੀਤਾ, ਉਸਨੇ ਕੁਝ ਪੈਸੇ ਬਚਾ ਲਏ, ਤਾਂ ਇਸ ਨੂੰ ਕਿਹਾ ਜਾਂਦਾ ਹੈ ਕਿ ਇਕਾਈ ਤੋਂ ਘੱਟ ਹੁੰਦੀ ਹੈ। ਆਮਦਨ ਦੇ ਵਧਣ ਨਾਲ ਲੋਕਾਂ ਦੇ ਖਰਚ ਵਿੱਚ ਵਾਧਾ ਤਾਂ ਹੁੰਦਾ ਹੈ ਪਰ ਉਨਾ ਵਾਧਾ ਨਹੀਂ ਹੁੰਦਾ ਜਿੰਨੀ ਆਮਦਨ ਵੱਧਦੀ ਹੈ। ਇਸ ਆਮਦਨ ਵਿੱਚ ਹੋਣ ਵਾਲੇ ਵਾਧੇ ਨੂੰ ਆਪਾਂ ਜਦੋਂ ਦੋਨਾਂ ਨੂੰ ਡਿਵਾਈਡ ਕਰਦੇ ਹਾਂ ਤਾਂ ਅਸੀਂ ਇਸ ਨੂੰ ਸੀਮਾਂਤ ਉਪਭੋਗ ਪ੍ਰਵਿਰਤੀ ਕਹਿੰਦੇ ਹਾਂ। ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਬਚਤ, ਕਿਉਂਕਿ ਇਹ ਵੀ ਸਾਡੇ ਉਪਭੋਗ ਵਾਲੇ ਪਾਠ ਦੇ ਨਾਲ ਉਸ ਧਾਰਨਾ ਨਾਲ ਜੁੜੀ ਹੋਈ ਹੈ। ਕਿਉਂਕਿ ਅਸੀਂ ਦੇਖਿਆ ਹੈ ਕਿ ਸਾਡੀ ਆਮਦਨ ਦਾ ਕੁਝ ਭਾਗ ਬਚ ਜਾਂਦਾ ਹੈ ਜਿਸ ਨੂੰ ਆਪਾਂ ਬਚਤ ਆਖਦੇ ਹਾਂ। ਪਰ ਅਰਥ ਸ਼ਾਸਤਰ ਵਿੱਚ ਦੇਖਦੇ ਹਾਂ ਕਿ ਕਿਸੇ ਵਿਅਕਤੀ ਦੁਆਰਾ ਆਪਣੀ ਆਮਦਨ ਵਿੱਚੋਂ ਉਪਭੋਗ ਸੰਬੰਧੀ ਖਰਚ ਨੂੰ ਘਟਾਉਣ ਪਿੱਛੋਂ ਜੋ ਧਨ ਬਚ ਜਾਂਦਾ ਹੈ ਉਸ ਨੂੰ ਬਚਤ ਕਿਹਾ ਜਾਂਦਾ ਹੈ। ਅਸੀਂ ਉਸ ਨੂੰ ਬਚਤ ਕਹਿੰਦੇ ਹਾਂ। ਇਸ ਨੂੰ ਅਸੀਂ ਇਸ ਤਰ੍ਹਾਂ ਵੀ ਆਖ ਸਕਦੇ ਹਾਂ ਕਿ ਕਿਸੇ ਵਿਅਕਤੀ ਦੁਆਰਾ ਆਮਦਨ ਦਾ ਜੋ ਭਾਗ ਕਿਸੇ ਵੀ ਰੂਪ ਵਿੱਚ ਖਰਚ ਨਹੀਂ ਕੀਤਾ ਜਾਂਦਾ ਉਹ ਉਸ ਵਿਅਕਤੀ ਦੁਆਰਾ ਕੀਤੀ ਬਚਤ ਕਹੀ ਜਾਂਦੀ ਹੈ। ਕਿਸੇ ਵਿਅਕਤੀ ਦੀ ਬਚਤ ਪਤਾ ਲਾਉਣ ਲਈ ਅਸੀਂ ਉਸ ਦੀ ਆਮਦਨ ਵਿੱਚੋਂ ਉਸ ਦੁਆਰਾ ਕੀਤੇ ਗਏ ਖਰਚ ਨੂੰ ਘਟਾ ਦਿੰਦੇ ਹਾਂ। ਸੋ ਬਚਤ ਬਰਾਬਰ ਹੈ ਆਮਦਨ ਘਟਾਓ ਉਪਭੋਗ ਖਰਚ। ਇੱਥੇ ਵੀ ਪ੍ਰਸਿੱਧ ਅਰਥ ਸ਼ਾਸਤਰੀ ਕੇਨਜ਼ ਦਾ ਕਹਿਣਾ ਹੈ ਕਿ ਵਾਸਤਵ ਵਿੱਚ ਬਚਤ ਆਮਦਨ ਦੇ ਖਰਚਿਆਂ ਨਾਲੋਂ ਵਧੇਰੇ ਹੁੰਦੀ ਹੈ। ਉਹਨਾਂ ਨੇ ਇੱਕ ਉਦਾਹਰਣ ਵੀ ਲਈ ਹੈ ਕਿ ਜੇਕਰ ਕਿਸੇ ਅਰਥ ਵਿਵਸਥਾ ਦੀ ਆਮਦਨ 2000 ਕਰੋੜ ਰੁਪਏ ਹੈ ਅਤੇ ਉਪਭੋਗ ਖਰਚ 1500 ਕਰੋੜ ਹੈ ਤਾਂ ਬਚਤ 500 ਕਰੋੜ ਹੋਵੇਗੀ। ਆਪਾਂ ਆਪਣੀ ਆਮ ਭਾਸ਼ਾ ਵਿੱਚ ਵੀ ਦੇਖੀਏ ਕਿ ਇੱਕ ਮਜ਼ਦੂਰ ਵੀ ਜਿਹੜਾ ਸ਼ਾਮ ਨੂੰ 500 ਰੁਪਏ ਕਮਾ ਕੇ ਘਰ ਲੈ ਕੇ ਆਉਂਦਾ ਹੈ ਉਹ 500 ਦੇ 500 ਰੁਪਏ ਖਰਚ ਨਹੀਂ ਕਰਦਾ। ਉਹ ਉਸ 500 ਵਿੱਚੋਂ ਚਾਹੇ 50 ਰੁਪਏ ਬਚਾ ਕੇ ਰੱਖੇ, ਉਹ ਜ਼ਰੂਰ ਬਚਾ ਕੇ ਰੱਖਦਾ ਹੈ। ਬਹੁਤ ਸਾਰੇ ਕੰਮ ਹਨ ਜਿਨ੍ਹਾਂ ਲਈ ਉਹ ਪੈਸੇ ਬਚਾ ਕੇ ਰੱਖਦਾ ਹੈ। ਇਸੇ ਨੂੰ ਹੀ ਬਚਤ ਕਿਹਾ ਜਾਂਦਾ ਹੈ। ਔਰ ਇੱਥੇ ਮੈਂ ਫਿਰ ਕਹਾਂਗਾ ਕਿ ਜਿਹੜੀ ਬਚਤ ਹੈ ਉਹ ਵੀ ਵਿਅਕਤੀ ਦੀ ਆਮਦਨ 'ਤੇ ਨਿਰਭਰ ਕਰਦੀ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਉਪਭੋਗ ਆਮਦਨ 'ਤੇ ਨਿਰਭਰ ਕਰਦਾ ਹੈ, ਇਸੇ ਤਰ੍ਹਾਂ ਬਚਤ ਵੀ ਆਮਦਨ ਉੱਪਰ ਨਿਰਭਰ ਕਰਦੀ ਹੈ। ਜਿਵੇਂ ਜਿਵੇਂ ਵਿਅਕਤੀ ਦੀ ਆਮਦਨ ਵੱਧਦੀ ਹੈ ਬਚਤ ਵੀ ਵੱਧਦੀ ਜਾਂਦੀ ਹੈ। ਸੋ ਇਸ ਨੂੰ ਬਚਤ ਪ੍ਰਵਿਰਤੀ ਕਿਹਾ ਜਾਂਦਾ ਹੈ। ਇਸ ਦੀਆਂ ਕਿਸਮਾਂ, ਇਹ ਕਿੰਨੀਆਂ ਕਿਸਮਾਂ ਦੀ ਹੁੰਦੀ ਹੈ, ਇਸ ਸੰਬੰਧੀ ਮੈਂ ਸਾਰੀਆਂ ਗੱਲਾਂ ਅਗਲੇ ਪਾਠ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗਾ। ਮੈਂ ਕੋਸ਼ਿਸ਼ ਕਰਾਂਗਾ
ਕਿ ਇੱਕ ਲੈਕਚਰ ਤੁਹਾਨੂੰ ਇਸ ਸੰਬੰਧੀ ਹੋਰ ਦਿੱਤਾ ਜਾਵੇ। ਥੈਂਕ ਯੂ ਜੀ।